ਮੇਰਾ ਨਾਂ ਸਿਮਰਤ ਹੈ। ਮੈਂ ਪਿੰਡ ਦਾ ਰਹਿਣ ਵਾਲਾ ਹਾਂ। ਮੇਰੇ ਮਾਤਾ ਪਿਤਾ ਨੇ ਬਹੁਤ ਮਿਹਨਤ ਤੇ ਲਗਨ ਨਾਲ ਮੈਨੂੰ ਪੜ੍ਹਾਇਆ ਲਿਖਾਇਆ ਤੇ ਫਿਰ ਮੈਂ ਪੜ੍ਹ ਲਿਖ ਕੇ ਸਕੂਲ ਵਿੱਚ ਨੌਕਰੀ ਕਰਨ ਲੱਗਾ। ਫਿਰ ਇੱਕ ਗਵਾਂਢ ਦੀ ਮਾਸੀ ਸਾਡੇ ਘਰ ਇੱਕ ਚੰਗੇ ਘਰ ਦਾ ਰਿਸ਼ਤਾ ਲੈ ਕੇ ਆਈ। ਮੇਰੀ ਮਾਂ ਨੂੰ ਕੁੜੀ ਬਹੁਤ ਪਸੰਦ ਆਈ ਤੇ 1 ਮਹੀਨੇ ਦੇ ਅੰਦਰ ਹੀ ਮੇਰਾ ਵਿਆਹ ਹੋ ਗਿਆ। ਮੇਰੀ ਪਤਨੀ ਦਾ ਨਾਮ ਹਰਪ੍ਰੀਤ ਹੈ। ਮੈਂ ਤੇ ਮੇਰੀ ਪਤਨੀ ਬਹੁਤ ਖੁਸ਼ ਰਹਿੰਦੇ ਸੀ। ਮੇਰੀ ਪਤਨੀ ਨੂੰ ਸੀਰੀਅਲ ਦੇਖਣ ਦਾ ਬਹੁਤ ਸ਼ੌਂਕ ਸੀ। ਉਹ ਘਰ ਦੇ ਸਾਰੇ ਕੰਮ ਛੱਡ ਕੇ ਸੀਰੀਅਲ ਦੇਖਣ ਬੈਠ ਜਾਂਦੀ ਸੀ। ਇੱਕ ਦਿਨ ਰਾਤ ਨੂੰ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਰਾਤ ਨੂੰ ਮੋਬਾਈਲ ਫੋਨ ਲੈ ਕੇ ਬੈਠੀ ਸੀ। ਤਾਂ ਮੈਂ ਉਸ ਨੂੰ ਪੁੱਛਿਆ, ਹਰਪ੍ਰੀਤ ਤੂੰ ਇੰਨੀ ਰਾਤ ਨੂੰ ਮੋਬਾਈਲ ਤੇ ਕੀ ਕਰ ਰਹੀ ਹੈ? ਉਹ ਕਹਿਣ ਲੱਗੀ, ਮੈਂ ਸੀਰੀਅਲ ਦੇਖ ਰਹੀ ਹਾਂ। ਮੈਂ ਇੱਕ ਕਿਸਾਨ ਦਾ ਬੇਟਾ ਸੀ ਤੇ ਇੱਕ ਟੀਚਰ ਸੀ। ਮੇਰੇ ਕੋਲ ਜ਼ਿਆਦਾ ਪੈਸਾ ਤਾਂ ਨਹੀਂ ਸੀ, ਪਰ ਇੱਕ ਦਿਨ ਅਚਾਨਕ ਮੇਰੀ ਪਤਨੀ ਦੇ ਅਕਾਊਂਟ ਵਿੱਚ ਪੈਸੇ ਆ ਗਏ। ਮੈਂ ਉਹ ਪੈਸੇ ਦੇਖ ਕੇ ਹੈਰਾਨ ਸੀ ਕਿ ਇਹ ਪੈਸੇ ਕਿੱਥੋਂ ਆਏ। ਮੈਨੂੰ ਆਪਣੀ ਪਤਨੀ ਤੇ ਸ਼ੱਕ ਹੋ ਗਿਆ ਕਿਉਂਕਿ ਉਹ ਹਰ ਰੋਜ਼ ਰਾਤ ਨੂੰ ਮੋਬਾਈਲ ਤੇ ਕੁਝ ਕਰਦੀ ਰਹਿੰਦੀ। ਮੇਰੀ ਜਦੋਂ ਵੀ ਅੱਖ ਖੁੱਲ੍ਹਦੀ ਤਾਂ ਉਹਦੇ ਹੱਥ ਵਿੱਚ ਮੋਬਾਈਲ ਹੁੰਦਾ। ਇੱਕ ਦਿਨ ਤਾਂ ਉਹ ਕਮਰੇ ਵਿੱਚ ਨਹੀਂ ਸੀ, ਸਗੋਂ ਦੂਜੇ ਕਮਰੇ ਵਿੱਚ ਫੋਨ ਲੈ ਕੇ ਬੈਠੀ ਸੀ। ਜਦੋਂ ਉਹ ਕਮਰੇ ਵਿੱਚ ਆਉਣ ਲੱਗੀ ਤਾਂ ਮੈਂ ਵੀ ਸੌਣ ਦਾ ਨਾਟਕ ਕੀਤਾ। ਹੁਣ ਤਾਂ ਇਹ ਰੋਜ਼ ਦਾ ਕੰਮ ਹੋ ਗਿਆ ਸੀ। ਜਦੋਂ ਮੈਂ ਪੁੱਛਦਾ ਹਾਂ ਤਾਂ ਉਹ ਕਹਿੰਦੀ ਕਿ ਨੀਂਦ ਨਹੀਂ ਆ ਰਹੀ ਸੀ, ਇਸ ਲਈ ਸੀਰੀਅਲ ਦੇਖ ਰਹੀ ਹਾਂ। ਤੁਹਾਡੀ ਨੀਂਦ ਖਰਾਬ ਨਾ ਹੋਵੇ ਇਸ ਲਈ ਦੂਜੇ ਕਮਰੇ ਵਿੱਚ ਚਲੀ ਜਾਂਦੀ ਹਾਂ। ਮੇਰੀ ਤਨਖਾਹ ਤਾਂ ਜ਼ਿਆਦਾ ਨਹੀਂ ਸੀ, ਪਰ ਜਿੰਨੀ ਸੀ ਓਨੇ ਵਿੱਚ ਖੁਸ਼ ਸੀ। ਮੈਨੂੰ ਆਪਣੀ ਪਤਨੀ ਦੀਆਂ ਹਰਕਤਾਂ ਦੇਖ ਕੇ ਮੈਨੂੰ ਉਸ ਤੇ ਸ਼ੱਕ ਹੋਣ ਲੱਗਿਆ ਸੀ। ਕਿਤੇ ਮੇਰੀ ਪਤਨੀ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ। ਮੇਰੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ। ਮੈਂ ਬੱਚਿਆਂ ਨੂੰ ਵੀ ਧਿਆਨ ਨਾਲ ਨਹੀਂ ਪੜ੍ਹਾ ਪਾ ਰਿਹਾ ਸੀ। ਮੇਰੀ ਪਤਨੀ ਦਾ ਵਿਵਹਾਰ ਪਹਿਲਾਂ ਵਰਗਾ ਨਹੀਂ ਲੱਗ ਰਿਹਾ ਸੀ। ਹੁਣ ਉਹ ਮੈਨੂੰ ਰਾਤ ਨੂੰ ਦੁੱਧ ਦਾ ਗਲਾਸ ਪਿਲਾਉਣ ਲੱਗ ਗਈ। ਉਹ ਕਹਿੰਦੀ ਕਿ ਇਸ ਨਾਲ ਤੁਹਾਨੂੰ ਵਧੀਆ ਨੀਂਦ ਆਵੇਗੀ ਤੇ ਤਾਕਤ ਵੀ ਮਿਲੇਗੀ। ਦੁੱਧ ਨੂੰ ਪੀ ਕੇ ਮੈਨੂੰ ਗੂੜੀ ਨੀਂਦ ਆ ਜਾਂਦੀ। ਮੇਰਾ ਸ਼ੱਕ ਵੱਧਦਾ ਜਾ ਰਿਹਾ ਸੀ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ, ਇਸ ਲਈ ਉਸਦੀ ਬੇਵਫਾਈ ਬਾਰੇ ਸੋਚ ਕੇ ਮੇਰਾ ਦਿਲ ਤੜਫ ਉੱਠਦਾ। ਮੈਂ ਰਾਤ ਨੂੰ ਦੁੱਧ ਪੀ ਕੇ ਸੌਂਦਾ ਤੇ ਫਿਰ ਸਵੇਰੇ ਹੀ ਉੱਠਦਾ। ਮੈਂ ਸੋਚਣ ਲੱਗਿਆ ਕਿਤੇ ਮੇਰੀ ਪਤਨੀ ਦੁੱਧ ਵਿੱਚ ਕੁਝ ਮਿਲਾਉਂਦੀ ਹੈ ਜਿਸ ਨਾਲ ਮੈਨੂੰ ਗੂੜੀ ਨੀਂਦ ਆ ਜਾਂਦੀ ਹੈ। ਇੱਕ ਦਿਨ ਮੈਂ ਖਾਣਾ ਖਾ ਕੇ ਬਿਨਾਂ ਦੁੱਧ ਪੀਂਦੇ ਹੀ ਸੋ ਗਿਆ। ਜਦੋਂ ਰਾਤ ਨੂੰ ਉੱਠਿਆ ਤਾਂ ਮੇਰੀ ਪਤਨੀ ਦੂਸਰੇ ਕਮਰੇ ਵਿੱਚ ਫੋਨ ਦੇਖ ਰਹੀ ਸੀ। ਮੈਂ ਇੱਕ ਇੱਜ਼ਤਦਾਰ ਮਰਦ ਸੀ, ਇਸ ਲਈ ਇਹ ਸਭ ਬਰਦਾਸ਼ਤ ਕਰਨਾ ਮੇਰੇ ਵੱਸੋਂ ਬਾਹਰ ਸੀ। ਹੁਣ ਤਾਂ ਮੇਰੀ ਪਤਨੀ ਮੇਰੇ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ। ਸਮੇਂ ਦੇ ਨਾਲ ਨਾਲ ਸਾਡੇ ਵਿੱਚ ਦੂਰੀ ਵੱਧ ਰਹੀ ਸੀ। ਮੈਂ ਸੱਚ ਦਾ ਪਤਾ ਕਰਨ ਦਾ ਮਨ ਬਣਾ ਲਿਆ ਸੀ ਤੇ ਇਹ ਵੀ ਮਨ ਬਣਾ ਲਿਆ ਸੀ ਕਿ ਜੇ ਮੇਰੀ ਪਤਨੀ ਕੋਈ ਗਲਤ ਕੰਮ ਕਰਦੀ ਹੋਈ ਤਾਂ ਮੈਂ ਬਿਨਾਂ ਸੋਚੇ ਸਮਝੇ ਉਸ ਨੂੰ ਛੱਡ ਦੇਵਾਂਗਾ, ਕਿਉਂਕਿ ਕਿਸੇ ਚਰਿੱਤਰਹੀਣ ਔਰਤ ਨਾਲ ਰਹਿਣਾ ਮੇਰੇ ਲਈ ਬਹੁਤ ਮੁਸ਼ਕਿਲ ਸੀ। ਉਸ ਨੂੰ ਤਾਂ ਬਸ ਇਹ ਹੁੰਦਾ ਸੀ ਕਿ ਮੈਂ ਦੁੱਧ ਪੀ ਕੇ ਜਲਦੀ ਸੋ ਜਾਵਾਂ ਤਾਂ ਕਿ ਉਹ ਆਪਣੇ ਮੋਬਾਈਲ ਤੇ ਲੱਗ ਜਾਵੇ। ਉਹ ਦਿਨ ਵਿੱਚ ਜ਼ਿਆਦਾਤਰ ਸੁੱਤੀ ਰਹਿੰਦੀ ਤੇ ਰਾਤ ਨੂੰ ਫੋਨ ਤੇ ਲੱਗੀ ਰਹਿੰਦੀ, ਜਿਵੇਂ ਕਿ ਉਸ ਨੂੰ ਇਸ ਕੰਮ ਦਾ ਚਸਕਾ ਪੈ ਗਿਆ ਹੋਵੇ। ਮੈਨੂੰ ਉਸ ਤੋਂ ਨਫ਼ਰਤ ਹੋਣ ਲੱਗੀ ਸੀ। ਮੈਨੂੰ ਲੱਗਦਾ ਸੀ ਉਹ ਫੋਨ ਤੇ ਗੈਰ ਮਰਦਾਂ ਨਾਲ ਮਨ ਬਹਿਲਾਉਂਦੀ ਹੈ। ਫਿਰ ਇੱਕ ਦਿਨ ਮੈਂ ਘਰ ਦਾ ਇੰਟਰਨੈਟ ਕਨੈਕਸ਼ਨ ਕਟਵਾ ਦਿੱਤਾ। ਮੈਂ ਦੇਖਣਾ ਚਾਹੁੰਦਾ ਸੀ ਫਿਰ ਉਹ ਕੀ ਕਰਦੀ ਹੈ। ਜਦੋਂ ਮੈਂ ਘਰੇ ਆਇਆ ਤਾਂ ਉਹ ਬਹੁਤ ਪਰੇਸ਼ਾਨ ਲੱਗ ਰਹੀ ਸੀ। ਫਿਰ ਉਹ ਕਹਿਣ ਲੱਗੀ ਕਿ ਇੰਟਰਨੈਟ ਨਹੀਂ ਚੱਲ ਰਿਹਾ। ਤਾਂ ਮੈਂ ਕਿਹਾ ਕਿ ਕੋਈ ਖਰਾਬੀ ਹੋਵੇਗੀ, ਤੂੰ ਪਰੇਸ਼ਾਨ ਕਿਉਂ ਹੋ ਰਹੀ ਹੈ? 1-2 ਦਿਨ ਤੱਕ ਚੱਲ ਪਵੇਗਾ। ਜੇ ਤੂੰ ਸੀਰੀਅਲ ਨਹੀਂ ਵੀ ਦੇਖੇਂਗੀ ਤਾਂ ਕੀ ਫਰਕ ਪੈਂਦਾ ਹੈ? ਥੋੜਾ ਧਿਆਨ ਪਰਿਵਾਰ ਵੱਲ ਵੀ ਕਰ ਲੈ। ਮੈਂ ਆਪਣੇ ਦਿਲ ਦੀ ਸਾਰੀ ਭੜਾਸ ਕੱਢ ਲਈ। ਉਹ ਕਹਿਣ ਲੱਗੀ ਕਿ ਨਹੀਂ, ਅਜਿਹੀ ਕੋਈ ਗੱਲ ਨਹੀਂ, ਮੈਂ ਤਾਂ ਵੈਸੇ ਹੀ ਕਹਿ ਰਹੀ ਸੀ।
ਪਰ ਉਹ ਕਾਫੀ ਪਰੇਸ਼ਾਨ ਲੱਗ ਰਹੀ ਸੀ। ਅਗਲੇ ਦਿਨ ਉਸਨੇ ਖੁਦ ਹੀ ਕਨੈਕਸ਼ਨ ਠੀਕ ਕਰਵਾ ਲਿਆ। ਇੰਨਾ ਵੀ ਕਿ ਜ਼ਰੂਰੀ ਕੰਮ ਮੇਰੀ ਪਤਨੀ ਮੇਰੇ ਘਰ ਦੀ ਇੱਜ਼ਤ ਸੀ। ਘਰ ਦੀ ਇੱਜ਼ਤ ਨੂੰ ਇਸ ਤਰ੍ਹਾਂ ਮੈਂ ਰੁਲਣ ਨਹੀਂ ਦੇਣਾ ਚਾਹੁੰਦਾ ਸੀ। ਜੇ ਮੈਂ ਉਸਨੂੰ ਸਿੱਧਾ ਪੁੱਛਦਾ ਤਾਂ ਉਸਨੇ ਮੁੱਕਰ ਜਾਣਾ ਸੀ। ਮੈਨੂੰ ਸਬੂਤ ਚਾਹੀਦਾ ਸੀ ਜਿਸ ਦੀ ਬੁਨਿਆਦ 'ਤੇ ਮੈਂ ਉਸਨੂੰ ਕੁਝ ਪੁੱਛ ਸਕਦਾ। ਮੈਂ ਰਾਤ ਨੂੰ ਦੁੱਧ ਪੀਣ ਤੋਂ ਪਹਿਲਾਂ ਹੀ ਸੌਣ ਦਾ ਨਾਟਕ ਕੀਤਾ। ਮੇਰੀ ਪਤਨੀ ਰੋਜ਼ ਦੀ ਤਰ੍ਹਾਂ ਦੂਜੇ ਕਮਰੇ ਵਿੱਚ ਚਲੇ ਗਈ। ਉਸ ਦੇ ਜਾਣ ਤੋਂ ਥੋੜ੍ਹੇ ਸਮੇਂ ਬਾਅਦ ਮੈਂ ਉਸ ਦੇ ਪਿੱਛੇ ਗਿਆ ਤੇ ਦੇਖਿਆ ਕਿ ਉਹ ਕੀ ਕਰ ਰਹੀ ਹੈ। ਜਿਵੇਂ ਮੈਂ ਸੋਚਿਆ ਸੀ ਅਜਿਹਾ ਤਾਂ ਬਿਲਕੁਲ ਨਹੀਂ ਹੋਇਆ। ਉਹ ਮੋਬਾਈਲ 'ਤੇ ਸਾਹਮਣੇ ਬੈਠ ਗਈ। ਉਸਨੇ ਸੀਰੀਅਲ ਨਹੀਂ ਲਗਾਇਆ, ਸਗੋਂ ਕਿਸੇ ਨੇ ਵੀਡੀਓ ਕਾਲ ਕੀਤੀ। ਸਾਹਮਣੇ ਦੋ ਮਰਦ ਉਸ ਨਾਲ ਗੱਲਾਂ ਕਰ ਰਹੇ ਸਨ। ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਮੇਰੀ ਪਤਨੀ ਅਜਿਹਾ ਕਿਵੇਂ ਕਰ ਸਕਦੀ ਹੈ। ਮੇਰੀ ਪਿੱਠ ਪਿੱਛੇ ਇੱਕ ਨਹੀਂ ਦੋ ਮਰਦਾਂ ਨਾਲ ਚੱਕਰ ਚਲਾ ਰਹੀ ਹੈ। ਇਹ ਦੇਖ ਕੇ ਮੈਂ ਉਸਨੂੰ ਗੁੱਸੇ ਵਿੱਚ ਉੱਚੀ ਬੋਲਣ ਲੱਗਿਆ। ਮੈਨੂੰ ਦੇਖ ਕੇ ਉਸਨੇ ਕਾਲ ਕੱਟ ਦਿੱਤੀ। ਮੈਂ ਉਸਨੂੰ ਕਿਹਾ, ਇਹ ਹੈ ਤੇਰਾ ਸੀਰੀਅਲ? ਤੂੰ ਹਰ ਵੇਲੇ ਮੈਨੂੰ ਝੂਠ ਬੋਲਦੀ ਹੈ। ਮੇਰੀ ਪਿੱਠ ਪਿੱਛੇ ਇਹ ਗੁੱਲ ਖਿਲਾ ਰਹੀ ਹੈ। ਮੇਰੀ ਪਤਨੀ ਇਹ ਗੱਲਾਂ ਸੁਣ ਕੇ ਸ਼ਰਮਿੰਦਾ ਹੋਈ ਤੇ ਕਹਿਣ ਲੱਗੀ ਕਿ ਇੱਕ ਵਾਰ ਮੇਰੀ ਗੱਲ ਸੁਣ ਲਵੋ। ਮੈਂ ਕਿਹਾ, ਇੰਨਾ ਸਭ ਦੇਖਣ ਤੋਂ ਬਾਅਦ ਮੈਂ ਕੁਝ ਨਹੀਂ ਸੁਣਨਾ। ਉਹ ਕਹਿਣ ਲੱਗੀ, ਇੱਕ ਵਾਰ ਮੇਰੀ ਗੱਲ ਸੁਣ ਲਵੋ, ਉਸ ਤੋਂ ਬਾਅਦ ਫੈਸਲਾ ਤੁਹਾਡਾ ਹੋਵੇਗਾ। ਮੈਂ ਜਦੋਂ ਵਿਆਹ ਕਰਕੇ ਇਸ ਘਰ ਆਈ ਤਾਂ ਬਹੁਤ ਖੁਸ਼ ਸੀ, ਪਰ ਵੱਧਦੀਆਂ ਜ਼ਰੂਰਤਾਂ ਤੇ ਪੈਸਿਆਂ ਦੀ ਕਮੀ ਕਰਕੇ ਮੈਂ ਇਹ ਸਭ ਕੰਮ ਸ਼ੁਰੂ ਕੀਤਾ। ਮੈਨੂੰ ਮੇਰੀ ਇੱਕ ਸਹੇਲੀ ਨੇ ਇਸ ਕੰਮ ਬਾਰੇ ਦੱਸਿਆ। ਮੈਨੂੰ ਪਤਾ ਸੀ ਕਿ ਤੁਸੀਂ ਮਨਾ ਹੀ ਕਰੋਗੇ, ਇਸ ਲਈ ਮੈਂ ਚੋਰੀ ਇਹ ਕੰਮ ਸ਼ੁਰੂ ਕਰ ਦਿੱਤਾ ਤਾਂ ਜੋ ਮੈਂ ਵੀ ਪੈਸੇ ਕਮਾ ਸਕਾਂ, ਘਰ ਦੇ ਖਰਚਿਆਂ ਵਿੱਚ ਮਦਦ ਕਰ ਸਕਾਂ। ਇਹ ਕੰਮ ਸਿਰਫ ਆਨਲਾਈਨ ਮੇਕਅਪ ਦਾ ਸਮਾਨ ਵੇਚਣ ਦਾ ਹੈ, ਕੋਈ ਗਲਤ ਕੰਮ ਨਹੀਂ ਹੈ। ਵੀਡੀਓ ਕਾਲ ਰਾਹੀਂ ਸਾਨੂੰ ਕੰਮ ਸਮਝਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਸਮਾਨ ਵੇਚਣਾ ਹੈ, ਉਸ ਦੀ ਸੇਲ ਕਿਵੇਂ ਵਧਾ ਸਕਦੇ ਹਾਂ। ਮੇਰਾ ਯਕੀਨ ਮੰਨੋ, ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਸੀ। ਤੁਸੀਂ ਮੈਨੂੰ ਕੰਮ ਨਾ ਕਰਨ ਦਿੰਦੇ, ਬਸ ਇਸ ਕਰਕੇ ਤੁਹਾਡੇ ਤੋਂ ਚੋਰੀ ਮੈਂ ਇਹ ਕੰਮ ਕਰਦੀ ਸੀ, ਇਸ ਲਈ ਤੁਹਾਨੂੰ ਝੂਠ ਬੋਲ ਰਹੀ ਸੀ। ਮੇਰਾ ਕੋਈ ਗਲਤ ਇਰਾਦਾ ਨਹੀਂ ਸੀ, ਮੈਂ ਤਾਂ ਬਸ ਤੁਹਾਡੀ ਮਦਦ ਕਰਨਾ ਚਾਹੁੰਦੀ ਸੀ। ਆਪਣੀ ਪਤਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੀ ਸੋਚ ਤੇ ਸ਼ਰਮ ਆ ਰਹੀ ਸੀ। ਮੈਂ ਉਸ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਿਹਾ ਸੀ। ਮੈਂ ਉਸ ਬਾਰੇ ਇੰਨਾ ਗਲਤ ਕਿਵੇਂ ਸੋਚ ਸਕਦਾ ਸੀ। ਮੇਰੀ ਨਾਂਹ ਦੇ ਡਰ ਕਾਰਨ ਉਸਨੇ ਮੈਨੂੰ ਝੂਠ ਬੋਲਿਆ। ਜੇ ਮੈਂ ਉਸਨੂੰ ਪਹਿਲਾਂ ਤੋਂ ਕੰਮ ਕਰਨ ਦੀ ਆਜ਼ਾਦੀ ਦਿੰਦਾ ਤਾਂ ਸ਼ਾਇਦ ਇਹ ਵੇਲਾ ਕਦੇ ਨਾ ਆਉਂਦਾ। ਫਿਰ ਮੈਂ ਉਸ ਤੋਂ ਮਾਫੀ ਮੰਗੀ। ਹੁਣ ਉਹ ਮੇਰੇ ਸਾਹਮਣੇ ਹੀ ਕੰਮ ਕਰਦੀ ਤੇ ਕਦੇ-ਕਦੇ ਮੈਂ ਵੀ ਉਸ ਦੀ ਮਦਦ ਕਰ ਦਿੰਦਾ ਹਾਂ। ਸੋ ਦੋਸਤੋ, ਰਿਸ਼ਤਿਆਂ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਸ਼ੱਕ ਰਿਸ਼ਤਿਆਂ ਨੂੰ ਕਮਜ਼ੋਰ ਕਰਦਾ ਹੈ ਤੇ ਇਸ ਨਾਲ ਬਹੁਤ ਸਾਰੇ ਘਰ ਤਬਾਹ ਹੋ ਜਾਂਦੇ ਹਨ। ਇਸ ਲਈ ਟਾਈਮ ਨਾਲ ਹੀ ਮਨ ਵਿੱਚ ਉੱਠ ਰਹੇ ਸਵਾਲਾਂ ਨੂੰ ਪੁੱਛ ਕੇ ਸੱਚ ਪਤਾ ਕਰ ਲੈਣਾ ਚਾਹੀਦਾ ਹੈ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।